ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਟੀਵੀ ਐਨਆਰਆਈ ਤੇ ਮੈਂ ਹਾਂ ਤੁਹਾਡੇ ਨਾਲ ਮੁਕਤਾ ਵਾਲੀਆ। ਦੇਸ਼ ਦੁਨੀਆ ਦੇ ਨਾਲ ਜੁੜੀਆਂ ਕੁਝ ਖਾਸ ਖਬਰਾਂ ਪੇਸ਼ ਕਰਦੇ ਹਾਂ। ਫਰੀਦਕੋਟ ਦੇ ਸਾਲ 2015 ਦੇ ਬਰਗਾੜੀ ਬੇਦਬੀ ਮਾਮਲੇ ਦੇ ਵਿੱਚ ਮੁੱਖ ਸਾਜ਼ਿਸ਼ਕਰਤਾ ਹੋਣ ਦੇ ਦੋਸ਼ ਦੇ ਵਿੱਚ ਬੈਂਗਲੌਰ ਦੇ 에ਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਇੱਕ ਵਿਅਕਤੀ ਸੰਦੀਪ ਬਰੇਟਾ ਨਹੀਂ ਸਗੋਂ ਕੋਈ ਹੋਰ ਹੈ। ਇਸ ਦਾ ਖੁਲਾਸਾ ਐਸਐਸਪੀ ਹਰਜੀਤ ਸਿੰਘ ਦੇ ਵੱਲੋਂ ਕੀਤਾ ਗਿਆ। ਦੱਸ ਦਈਏ ਕਿ ਐਸਐਸਪੀ ਨੇ ਕਿਹਾ ਹੈ ਕਿ ਜਿਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਉਸ ਸ਼ਖਸ ਦਾ ਨਾਮ ਅਤੇ ਉਸ ਦੇ ਪਿਤਾ ਦਾ ਨਾਮ ਸੰਦੀਪ ਬਰੇਟਾ ਦੇ ਨਾਲ ਮਿਲਦੇ ਹਨ, ਜਿਸ ਕਾਰਨ ਇਹ ਗਲਤਫਹਿਮੀ ਹੋਈ ਹੈ। ਐਸਐਸਪੀ ਨੇ ਕਿਹਾ ਹੈ ਕਿ ਉਹਨਾਂ ਦੀ ਟੀਮ ਦੇ ਵੱਲੋਂ ਬਿਨਾਂ ਕਿਸੇ ਨੂੰ ਗ੍ਰਿਫਤਾਰ ਕੀਤੇ ਵਾਪਸ ਪਰਤ ਰਹੀ ਹੈ। ਦਰਅਸਲ ਡੇਰਾ ਸਿਰਸਾ ਦੇ ਕੌਮੀ ਕਮੇਟੀ ਮੈਂਬਰ ਸੰਦੀਪ ਬਰੇਟਾ ਨੂੰ ਬੈਂਗਲੌਰ 에ਅਰਪੋਰਟ ਤੇ ਸੁਰੱਖਿਆ ਕਰਮਚਾਰੀਆਂ ਦੇ ਵੱਲੋਂ ਆਪਣੀ ਹਿਰਾਸਤ ਦੇ ਵਿੱਚ ਲੈ ਲਏ ਜਾਣ ਦੀ ਖਬਰ ਤੋਂ ਬਾਅਦ ਸਥਾਨਕ ਪੁਲਿਸ ਪ੍ਰਸ਼ਾਸਨ ਸੰਦੀਪ ਬਰੇਟਾ ਨੂੰ ਫਰੀਦਕੋਟ ਲਿਆਉਣ ਦੇ ਲਈ ਕਾਰਵਾਈ ਸ਼ੁਰੂ ਕਰ ਚੁੱਕੀ ਸੀ ਅਤੇ ਪੁਲਿਸ ਦੀ ਇੱਕ ਟੀਮ ਬੈਂਗਲੌਰ ਦੇ ਲਈ ਰਵਾਨਾ ਵੀ ਹੋ ਗਈ ਸੀ। ਹੁਣ ਫਰੀਦਕੋਟ ਪੁਲਿਸ ਦੀ ਟੀਮ ਨੇ ਖਾਲੀ ਹੱਥ ਫਰੀਦਕੋਟ ਨੂੰ ਚਾਲੇ ਪਾਉਣੇ ਪਏ ਨੇ, ਕਿਉਂਕਿ ਹਿਰਾਸਤ ਦੇ ਵਿੱਚ ਲਿਆ ਗਿਆ ਵਿਅਕਤੀ ਸੰਦੀਪ ਬਰੇਟਾ ਨਹੀਂ ਸਗੋਂ ਕੋਈ ਹੋਰ ਨਿਕਲਿਆ। ਦੱਸ ਦਈਏ ਕਿ ਸਾਲ 2015 ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਚੋਰੀ ਕਰਨ ਉਪਰੰਤ 12 ਅਕਤੂਬਰ ਸਾਲ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਨੂੰ ਬਰਗਾੜੀ ਦੀਆਂ ਗਲੀਆਂ ਦੇ ਵਿੱਚ ਖਿਲਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਬੋਰਡ ਤੇ ਭੱਦੀ ਸ਼ਬਦਾਵਲੀ ਵਾਲੇ ਪੋਸਟਰ ਵੀ ਲਗਾ ਦਿੱਤੇ ਗਏ ਸਨ। ਇਸ ਮਾਮਲੇ ਦੇ ਵਿੱਚ ਦਰਜ ਮੁਕੱਦਮਾ ਨੰਬਰ 128 ਦੇ ਤਹਿਤ 6 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉੱਥੇ ਦੱਸਦੇ ਕਿ ਇਸ ਬੇਦਬੀ ਮਾਮਲੇ ਦੇ ਵਿੱਚ ਦਰਜ 3 ਮੁਕੱਦਮਿਆਂ ਦੇ ਵਿੱਚੋਂ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰ ਸੰਦੀਪ ਬਰੇਟਾ, ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ਦੇ ਪੁਲਿਸ ਹੱਥੇ ਨਾ ਚੜ੍ਹਨ ਤੇ ਮਾਨਯੋਗ ਅਦਾਲਤ ਦੇ ਵੱਲੋਂ ਇਹਨਾਂ ਤਿੰਨਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ। ਹੁਣ ਫਰੀਦਕੋਟ ਅਦਾਲਤ ਦੇ ਵੱਲੋਂ 21 ਜੁਲਾਈ 2021 ਨੂੰ ਇਹਨਾਂ ਤਿੰਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਕੇ 30 ਜੁਲਾਈ 2021 ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਸਨ। ਪਰ ਪੁਲਿਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹਨਾਂ ਤਿੰਨਾਂ ਦਾ ਕੋਈ ਸੁਰਾਗ ਨਾ ਲੱਗਣ ਦੀ ਸੂਰਤ ਦੇ ਵਿੱਚ ਮਾਨਯੋਗ ਅਦਾਲਤ ਦੇ ਵੱਲੋਂ 30 ਜੁਲਾਈ 2021 ਨੂੰ ਦੁਬਾਰਾ ਇਹਨਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰਕੇ 9 ਅਗਸਤ 2021 ਤੱਕ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਆਖਿਆ ਗਿਆ ਸੀ, ਜਿਸ ਤੋਂ ਬਾਅਦ ਵੀ ਇਹ ਲੋਕ ਪੁਲਿਸ ਦੇ ਹੱਥੇ ਨਹੀਂ ਚੜ੍ਹੇ ਅਤੇ ਹੁਣ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫਰੀਦਕੋਟ ਦੇ ਸਾਲ 2015 ਦੇ ਬਰਗਾੜੀ ਬੇਦਬੀ ਮਾਮਲੇ ਦੇ ਵਿੱਚ ਮੁੱਖ ਸਾਜ਼ਿਸ਼ਕਰਤਾ ਹੋਣ ਦੇ ਦੋਸ਼ ਵਿੱਚ ਬੈਂਗਲੌਰ ਦੇ 에ਅਰਪੋਰਟ ਤੋਂ ਗ੍ਰਿਫਤਾਰ ਕੀਤੇ ਗਏ ਇੱਕ ਵਿਅਕਤੀ, ਜਿਸ ਦਾ ਨਾਮ ਸੰਦੀਪ ਬਰੇਟਾ ਨਹੀਂ ਸਗੋਂ ਉਹ ਵਿਅਕਤੀ ਕੋਈ ਹੋਰ ਹੈ। ਇਸ ਦਾ ਖੁਲਾਸਾ ਐਸਐਸਪੀ ਹਰਜੀਤ ਸਿੰਘ ਨੇ ਕੀਤਾ। ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਜਿਸ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਉੱਥੇ ਹਿਰਾਸਤ ਦੇ ਵਿੱਚ ਲੈ ਕੇ ਰੱਖਿਆ ਗਿਆ ਸੀ, ਉਸ ਸ਼ਖਸ ਦਾ ਨਾਮ ਅਤੇ ਉਸ ਦੇ ਪਿਤਾ ਦਾ ਨਾਮ ਸੰਦੀਪ ਬਰੇਟਾ ਦੇ ਨਾਲ ਮਿਲਦੇ ਹਨ, ਜਿਸ ਦੇ ਕਾਰਨ ਉਹਨਾਂ ਨੂੰ ਇਹ ਗਲਤਫਹਿਮੀ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਟੀਮ ਬੈਂਗਲੌਰ ਦੇ ਲਈ ਰਵਾਨਾ ਵੀ ਹੋ ਗਈ ਸੀ। ਪਰ ਉੱਥੇ ਜਾ ਕੇ ਪਤਾ ਚੱਲਿਆ ਕਿ ਇਹ ਸ਼ਖਸ ਸੰਦੀਪ ਬਰੇਟਾ ਨਹੀਂ ਬਲਕਿ ਸਗੋਂ ਕੋਈ ਹੋਰ ਹੈ। ਹੁਣ ਐਸਐਸਪੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਹੋਈ ਗਲਤਫਹਿਮੀ ਦੇ ਚੱਲਦੇ ਹੁਣ ਪੁਲਿਸ ਦੇ ਵੱਲੋਂ ਬਿਨਾਂ ਕਿਸੇ ਦੀ ਗ੍ਰਿਫਤਾਰੀ ਕੀਤੇ ਵਾਪਸ ਪਰਤਿਆ ਜਾ ਰਿਹਾ ਹੈ। ਦੱਸਦੇ ਕਿ ਦਰਅਸਲ ਮਾਮਲਾ ਇਹ ਸੀ ਕਿ ਡੇਰਾ ਸਿਰਸਾ ਦੇ ਕੌਮੀ ਕਮੇਟੀ ਮੈਂਬਰ ਸੰਦੀਪ ਬਰੇਟਾ ਨੂੰ ਬੈਂਗਲੌਰ 에ਅਰਪੋਰਟ ਤੇ ਸੁਰੱਖਿਆ ਕਰਮਚਾਰੀਆਂ ਦੇ ਵੱਲੋਂ ਆਪਣੀ ਹਿਰਾਸਤ ਦੇ ਵਿੱਚ ਲੈ ਲਏ ਜਾਣ ਦੀ ਖਬਰ ਤੋਂ ਬਾਅਦ ਸਥਾਨਕ ਪੁਲਿਸ ਪ੍ਰਸ਼ਾਸਨ ਸੰਦੀਪ ਬਰੇਟਾ ਨੂੰ ਫਰੀਦਕੋਟ ਲਿਆਉਣ ਦੇ ਲਈ ਕਾਰਵਾਈ 'ਚ ਜੁਟ ਗਈ ਸੀ ਅਤੇ ਪੁਲਿਸ ਦੀ ਇੱਕ ਟੀਮ ਬੈਂਗਲੌਰ ਦੇ ਲਈ ਰਵਾਨਾ ਵੀ ਹੋ ਗਈ ਸੀ। ਪਰ ਉੱਥੇ ਜਾ ਕੇ ਪਤਾ ਚੱਲਿਆ ਕਿ ਜਿਸ ਨੂੰ ਗ੍ਰਿਫਤਾਰ ਕਰਨ ਵਾਸਤੇ ਫਰੀਦਕੋਟ ਤੋਂ ਪੁਲਿਸ ਰਵਾਨਾ ਹੋਈ ਹੈ, ਉਹ ਅਸਲ ਦੇ ਵਿੱਚ ਸੰਦੀਪ ਬਰੇਟਾ ਨਹੀਂ ਬਲਕਿ ਕੋਈ ਹੋਰ ਸ਼ਖਸ ਹੈ। ਹੁਣ ਫਰੀਦਕੋਟ ਪੁਲਿਸ ਦੀ ਟੀਮ ਨੇ ਖਾਲੀ ਹੱਥ ਫਰੀਦਕੋਟ ਨੂੰ ਚਾਲੇ ਪਾਉਣੇ ਪਏ ਨੇ। ਇਸ ਮਾਮਲੇ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਅਤੇ ਪੁਲਿਸ ਇਹਨਾਂ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਲਈ ਕਿੰਨੀ ਕੁ ਗੰਭੀਰਤਾ ਦਿਖਾਉਂਦੀ ਹੈ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕਾਮਾਗਾਟਾ ਮਾਰੂ ਦੁਖਾਂਤ ਦੇ 109 ਸਾਲ ਪੂਰੇ ਹੋਣ ਤੇ ਪ੍ਰਧਾਨ ਮੰਤਰੀ ਟਰੂਡੋ ਦੇ ਵੱਲੋਂ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਦੱਸ ਦਈਏ ਕਿ ਕਾਮਾਗਾਟਾ ਮਾਰੂ ਦੁਖਾਂਤ ਦੇ 109 ਸਾਲ ਪੂਰੇ ਹੋਣ ਤੇ ਕੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਬਿਆਨ ਜਾਰੀ ਕਰਦਿਆਂ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਹਨਾਂ ਨੇ ਸਾਊਥ ਏਸ਼ੀਅਨ ਭਾਈਚਾਰੇ ਦੇ ਵੱਲੋਂ ਕੈਨੇਡੀਅਨ ਸਮਾਜ ਦੇ ਵਿੱਚ ਪਾਏ ਵੱਡਮੁੱਲੇ ਯੋਗਦਾਨ ਦਾ ਵੀ ਜ਼ਿਕਰ ਕੀਤਾ ਹੈ।
ਟਰੂਡੋ ਨੇ ਕਿਹਾ ਹੈ ਕਿ ਸਾਲ 2016 ਦੇ ਵਿੱਚ ਮੈਂ ਫੈਡਰਲ ਸਰਕਾਰ ਦੀ ਤਰਫੋਂ ਹਾਊਸ ਆਫ ਕਾਮਨਸ ਦੇ ਵਿੱਚ ਕਾਮਾਗਾਟਾ ਮਾਰੂ ਘਟਨਾ ਤੋਂ ਪ੍ਰਭਾਵਿਤ ਹੋਏ ਸਾਰੇ ਲੋਕਾਂ ਤੋਂ ਇੱਕ ਰਸਮੀ ਮੁਆਫੀ ਮੰਗੀ ਸੀ। ਕਾਮਾਗਾਟਾ ਮਾਰੂ ਦੇ ਯਾਤਰੀਆਂ ਦੇ ਨਾਲ ਜੋ ਵਾਪਰਿਆ ਉਹ ਇੱਕ ਦੁਖਦਾਈ ਯਾਦ ਦਿਵਾਉਂਦਾ ਹੈ ਕਿ ਇਤਿਹਾਸਕ ਤੌਰ ਤੇ ਕੈਨੇਡਾ ਹਮੇਸ਼ਾ ਨਵੇਂ ਆਉਣ ਵਾਲੇ ਲੋਕਾਂ ਨੂੰ ਸਵੀਕਾਰ ਕਰਨ ਵਾਲਾ ਸਥਾਨ ਨਹੀਂ ਸੀ, ਪਰ ਅੱਜ ਕਾਰਕੁਨਾਂ ਅਤੇ ਘੱਟ ਗਿਣਤੀ ਭਾਈਚਾਰਿਆਂ ਦੀ ਸਖਤ ਮਿਹਨਤ ਸਦਕਾ ਦੁਨੀਆ ਭਰ ਦੇ ਲੋਕ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਲਈ ਬਿਹਤਰ ਜ਼ਿੰਦਗੀ ਬਣਾਉਣ ਦੇ ਲਈ ਕੈਨੇਡਾ ਆਉਂਦੇ ਨੇ। ਉਹਨਾਂ ਨੇ ਕਿਹਾ ਕਿ ਅਸੀਂ ਹੁਣ ਆਪਣੀ ਵਿਭਿੰਨਤਾ ਨੂੰ ਸਾਡੀ ਸਭ ਤੋਂ ਵੱਡੀ ਤਾਕਤ ਮੰਨਦੇ ਹਾਂ ਅਤੇ ਇਕੱਠੇ ਮਿਲ ਕੇ ਅਸੀਂ ਇੱਕ ਬਿਹਤਰ ਦੇਸ਼ ਬਣਾਉਣਾ ਜਾਰੀ ਰੱਖਿਆ ਹੋਇਆ ਹੈ, ਜਿੱਥੇ ਹਰ ਕੋਈ ਆਪਣਤ ਮਹਿਸੂਸ ਕਰਦਾ ਹੈ ਅਤੇ ਉਸ ਕੋਲ ਸਫਲ ਹੋਣ ਦਾ ਹਰ ਮੌਕਾ ਹੁੰਦਾ ਹੈ। ਦੱਸਦੇ ਕਿ ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਨਾਲ ਸੰਬੰਧਿਤ ਬਾਬਾ ਗੁਰਦਿੱਤ ਸਿੰਘ ਨੇ ਸਾਲ 1914 ਦੇ ਦੌਰਾਨ ਇੱਕ ਜਾਪਾਨੀ ਸਮੁੰਦਰੀ ਜਹਾਜ਼ ਜਿਸ ਦਾ ਨਾਮ ਕਾਮਾਗਾਟਾ ਮਾਰੂ ਸੀ ਕਿਰਾਏ ਤੇ ਲਿਆ ਸੀ ਅਤੇ 23 ਮਈ 1914 ਨੂੰ ਇਹ ਜਹਾਜ਼ ਕਈ ਸਮੁੰਦਰ ਪਾਰ ਕਰਦਿਆਂ ਵੈਂਕੂਵਰ ਪਹੁੰਚਿਆ ਸੀ ਅਤੇ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਮੂਲ ਦੇ ਵਿਅਕਤੀ ਮੌਜੂਦ ਸਨ। ਜਹਾਜ਼ ਦੇ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਵਿਅਕਤੀ ਸ਼ਾਮਲ ਸਨ ਅਤੇ 2 ਮਹੀਨਿਆਂ ਬਾਅਦ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਨੂੰ ਭਾਰਤ ਵਾਪਸ ਪਰਤਣ ਦੇ ਲਈ ਮਜਬੂਰ ਕੀਤਾ ਗਿਆ ਸੀ। ਇਸ ਸਮੁੰਦਰੀ ਜਹਾਜ਼ ਨੂੰ ਨਸਲਵਾਦੀ ਕਾਨੂੰਨਾਂ ਕਾਰਨ ਕੈਨੇਡਾ ਦੇ ਵਿੱਚ ਏਸ਼ੀਅਨ ਪ੍ਰਵਾਸ ਨੂੰ ਘਟਾਉਣ ਦੇ ਉਦੇਸ਼ ਦੇ ਨਾਲ ਵਾਪਸ ਮੁੜਨ ਦੇ ਲਈ ਮਜਬੂਰ ਕੀਤਾ ਗਿਆ ਸੀ ਅਤੇ ਭਾਰਤ ਵਾਪਸ ਆਉਣ ਤੇ 19 ਯਾਤਰੀਆਂ ਨੂੰ ਗੋਲੀ ਮਾਰ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਜਿਸ ਘਟਨਾ ਨੂੰ ਅੱਜ 109 ਸਾਲ ਪੂਰੇ ਹੋਣ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਬਿਆਨ ਦੇ ਰਾਹੀਂ ਉਹਨਾਂ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਟਰੂਡੋ ਨੇ 2016 ਦੇ ਵਿੱਚ ਫੈਡਰਲ ਸਰਕਾਰ ਦੀ ਤਰਫੋਂ ਹਾਊਸ ਆਫ ਕਾਮਨਸ ਦੇ ਵਿੱਚ ਕਾਮਾਗਾਟਾ ਮਾਰੂ ਘਟਨਾ ਤੋਂ ਪ੍ਰਭਾਵਿਤ ਹੋਏ ਸਾਰੇ ਲੋਕਾਂ ਤੋਂ ਇੱਕ ਰਸਮੀ ਮੁਆਫੀ ਵੀ ਮੰਗੀ ਸੀ। ਉਹਨਾਂ ਨੇ ਕਿਹਾ ਸੀ ਕਿ ਕਾਮਾਗਾਟਾ ਮਾਰੂ ਦੇ ਯਾਤਰੀਆਂ ਦੇ ਨਾਲ ਜੋ ਵੀ ਵਾਪਰਿਆ ਉਹ ਇੱਕ ਦੁਖਦਾਈ ਯਾਦ ਦਿਵਾਉਂਦਾ ਹੈ ਕਿ ਇਤਿਹਾਸਕ ਤੌਰ ਤੇ ਕੈਨੇਡਾ ਹਮੇਸ਼ਾ ਹੀ ਨਵੇਂ ਆਉਣ ਵਾਲੇ ਲੋਕਾਂ ਨੂੰ ਸਵੀਕਾਰ ਕਰਨ ਵਾਲਾ ਸਥਾਨ ਨਹੀਂ ਸੀ, ਪਰ ਅੱਜ ਕਾਰਕੁਨਾਂ ਅਤੇ ਘੱਟ ਗਿਣਤੀ ਭਾਈਚਾਰਿਆਂ ਦੀ ਸਖਤ ਮਿਹਨਤ ਸਦਕਾ ਦੁਨੀਆ ਭਰ ਦੇ ਲੋਕ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਨਾਲ ਉਹਨਾਂ ਦੀ ਬਿਹਤਰ ਜ਼ਿੰਦਗੀ ਬਣਾਉਣ ਦੇ ਲਈ ਕੈਨੇਡਾ ਦੇ ਵਿੱਚ ਆਉਂਦੇ ਨੇ। ਕਿਤੇ ਨਾ ਕਿਤੇ ਜਸਟਿਨ ਟਰੂਡੋ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਉਸ ਵੇਲੇ ਕਾਮਾਗਾਟਾ ਮਾਰੂ ਦੇ ਯਾਤਰੀਆਂ ਨੂੰ ਵਾਪਸ ਪਰਤਣ ਦਾ ਫੈਸਲਾ ਨਾ ਸੁਣਾਇਆ ਜਾਂਦਾ ਤਾਂ ਸ਼ਾਇਦ ਇਹ ਦੁਖਾਂਤ ਘਟਨਾ ਨਾ ਵਾਪਰਦੀ ਅਤੇ ਉਹਨਾਂ ਦੇ ਪਰਿਵਾਰ ਵੀ ਸੁਖਾਲੇ ਰਹਿੰਦੇ। ਦੱਸਦੀ ਕਿ ਤਰਨਤਾਰਨ ਜ਼ਿਲ੍ਹੇ ਦੇ ਨਾਲ ਸੰਬੰਧਿਤ ਬਾਬਾ ਗੁਰਦਿੱਤ ਸਿੰਘ ਦੇ ਵੱਲੋਂ ਸਾਲ 1914 ਦੇ ਦੌਰਾਨ ਇੱਕ ਜਾਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾ ਮਾਰੂ ਕਿਰਾਏ ਤੇ ਲਿਆ ਗਿਆ ਸੀ ਅਤੇ 23 ਮਈ 1914 ਨੂੰ ਇਹ ਜਹਾਜ਼ ਕਈ ਸਮੁੰਦਰ ਪਾਰ ਕਰਦਿਆਂ ਵੈਂਕੂਵਰ ਪਹੁੰਚਿਆ ਸੀ। ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਮੂਲ ਦੇ ਵਿਅਕਤੀ ਮੌਜੂਦ ਸਨ, ਜਿਨ੍ਹਾਂ ਦੇ ਵਿੱਚੋਂ ਸਿੱਖ, ਮੁਸਲਿਮ ਅਤੇ ਹਿੰਦੂ ਵਿਅਕਤੀ ਵੀ ਸ਼ਾਮਲ ਸਨ। ਜਦੋਂ 2 ਮਹੀਨਿਆਂ ਬਾਅਦ ਜਹਾਜ਼ ਵਿੱਚ ਸਵਾਰ ਸਾਰੇ ਲੋਕ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਭਾਰਤ ਵਾਪਸ ਪਰਤਣ ਦੇ ਲਈ ਮਜਬੂਰ ਕਰ ਦਿੱਤਾ ਗਿਆ। ਇਸ ਸਮੁੰਦਰੀ ਜਹਾਜ਼ ਨੂੰ ਨਸਲਵਾਦੀ ਕਾਨੂੰਨਾਂ ਕਾਰਨ ਕੈਨੇਡਾ ਦੇ ਵਿੱਚ ਏਸ਼ੀਅਨ ਪ੍ਰਵਾਸ ਨੂੰ ਘਟਾਉਣ ਦੇ ਉਦੇਸ਼ ਦੇ ਨਾਲ ਵਾਪਸ ਮੁੜਨ ਦੇ ਲਈ ਕਾਫੀ ਮਜਬੂਰ ਕਰ ਦਿੱਤਾ ਗਿਆ ਸੀ ਅਤੇ ਇਸ ਦੌਰਾਨ ਭਾਰਤ ਵਾਪਸ ਆਉਣ ਤੇ 19 ਯਾਤਰੀਆਂ ਨੂੰ ਗੋਲੀ ਵੀ ਮਾਰ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਦੁਖਾਂਤ ਦੇ 109 ਸਾਲ ਪੂਰੇ ਹੋਣ ਤੇ ਹੁਣ ਪ੍ਰਧਾਨ ਮੰਤਰੀ ਟਰੂਡੋ ਦੇ ਵੱਲੋਂ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅਤੇ ਇੱਕ ਰਸਮੀ ਮੁਆਫੀ ਵੀ ਮੰਗੀ ਗਈ ਹੈ। जितेंद्र खुराना, एडवोकेट एंड स्पोक्सपर्सन डेरा सच्चा सौदा। आज उनकी तरफ से पिटीशन दायर की गई थी, क्या थी पिटीशन और उसमें क्या हुआ है? आज माननीय हाई कोर्ट में संत गुरमीत राम रहीम सिंह जी इंसा जी द्वारा एक याचिका दायर की गई थी। वो डॉक्यूमेंट्स को लेकर की गई थी कि स्टेट ऑफ पंजाब हमें कंप्लीट डॉक्यूमेंट नहीं प्रोवाइड करवा रहा है। जैसा कि आपको पता है कि सीबीआई जब इसकी जांच कर रही थी बेअदबी केस की, तो सीबीआई ने कंप्लीट साइंटिफिक इन्वेस्टिगेशन की थी इस केस की और इस साइंटिफिक इन्वेस्टिगेशन करने के बाद उसने अपनी एक क्लोजर रिपोर्ट सीबीआई मोहाली कोर्ट में दाखिल की थी और उसके बाद जब स्टेट ऑफ पंजाब ने इसकी इन्वेस्टिगेशन शुरू की तो उस समय माननीय हाई कोर्ट ने ये स्टेट ऑफ पंजाब को कहा था कि जब भी आप अपनी इस केस में सप्लीमेंट्री रिपोर्ट दायर करेंगे तो आपने जो सीबीआई की साइंटिफिक इन्वेस्टिगेशन हुई है इसके कंप्लीट डॉक्यूमेंट और क्लोजर रिपोर्ट सीजीएम के समक्ष रखने होंगे, सीबीआई के भी और स्टेट ऑफ पंजाब के भी, और उसके बाद सीजीएम इसके ऊपर कॉग्निजेंस लेगा। लेकिन स्टेट ऑफ पंजाब ने क्या किया, जो फेवर के डॉक्यूमेंट थे, जो सीबीआई की साइंटिफिक इन्वेस्टिगेशन हुई थी उसके जो डॉक्यूमेंट थे उसको तो छुपा लिया गया और जो उन्होंने अपना खुद का झूठ का पुलिंदा तैयार किया था उसको कोर्ट के समक्ष रख दिया। तो हमने चंडीगढ़ सीजीएम के समक्ष एक एप्लीकेशन गुरुजी की तरफ से लगाई थी कि हमें वो सारे डॉक्यूमेंट्स प्रोवाइड करवाए जाएं, लेकिन वहाँ भी उन्होंने स्टेट ऑफ पंजाब ने कोर्ट को गुमराह करने का काम किया और ट्रायल कोर्ट के अंदर उन्होंने रिप्लाई में कहा कि हमने सारे डॉक्यूमेंट
ऑन रिकॉर्ड कोर्ट के कर दिए हैं। हमारे पास कुछ भी ऐसा डॉक्यूमेंट नहीं है। जो भी डॉक्यूमेंट थे वो सारे कोर्ट की रिकॉर्ड पे हैं। और यह सुनते ही ट्रायल कोर्ट CGM ने हमारी उस एप्लीकेशन को डिसमिस कर दिया था। उसके पश्चात हमने ट्रायल कोर्ट में कॉपी ब्रांच के अंदर एक एप्लीकेशन लगाई, जो स्टेट ऑफ पंजाब कह रहा है कि हमने सारे डॉक्यूमेंट यहाँ लगा दिए हैं कोर्ट के रिकॉर्ड पर, तो हमें वो डॉक्यूमेंट प्रोवाइड करवाए जाएँ। जब उसकी रिपोर्ट बनकर आई कॉपी ब्रांच से, तो कॉपी ब्रांच ने ये कहा कि जो डॉक्यूमेंट्स आप मांग रहे हैं वो हमारे यहाँ कोर्ट के रिकॉर्ड पर नहीं है। तो उसके पश्चात हमने माननीय हाई कोर्ट में एक याचिका दायर की और ये सभी तथ्य कोर्ट के समक्ष रखे। और स्टेट ऑफ पंजाब ने हाई कोर्ट में भी कोर्ट को गुमराह करने का काम किया, बार बार यही कहा कि हमने सभी डॉक्यूमेंट्स दे दिए हैं। जब हमने कंप्लीट तथ्य सारे साक्ष्य कोर्ट के समक्ष रखे और वो कॉपी ब्रांच की रिपोर्ट भी बताई कि कॉपी ब्रांच की रिपोर्ट ये आई है कि वो डॉक्यूमेंट रिकॉर्ड पर ये है नहीं, तो कोर्ट स्टेट ऑफ पंजाब को माननीय हाई कोर्ट ने फटकार लगाते हुए कहा कि आप एक हफ्ते के अंदर अंदर जो ये डॉक्यूमेंट्स मांग रहे हैं CBI के इन्वेस्टिगेशन के प्लस स्टेट के जो भी डॉक्यूमेंट्स पेंडिंग है, आपने एक हफ्ते के अंदर अंदर कंप्लीट डॉक्यूमेंट, सिर्फ केस डायरी को छोड़कर जो भी कंप्लीट डॉक्यूमेंट है वो आपने इनको एक हफ्ते के अंदर अंदर देने हैं। आज माननीय हाई कोर्ट ने ये संत गुरमीत राम रहीम सिंह जी की याचिका को अलाउ किया है। ਗਰਮੀਆਂ ਸ਼ੁਰੂ ਹੋਣ ਤੇ ਆਊਟਡੋਰ ਗੈਟ ਟੂਗੇਦਰ ਦਾ ਮੌਸਮ ਸ਼ੁਰੂ ਹੋ ਜਾਂਦਾ ਤੇ ਆਪਣਿਆਂ ਨਾਲ ਸਮਾਂ ਬਿਤਾਉਣਾ ਕਿਸ ਨੂੰ ਚੰਗਾ ਨਹੀਂ ਲੱਗਦਾ। ਪਰ ਜੇ ਸਵਾਦ ਖਾਣਾ ਹੋ ਜਾਏ ਤਾਂ ਸੋਨੇ ਤੇ ਸੁਹਾਗਾ। ਲਜ਼ੀਜ਼ ਖਾਣੇ ਦੇ ਚਾਹਵਾਨਾਂ ਨੂੰ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਸਟੈਂਡਰਡ ਸਵੀਟਸ ਮਾਲਟਨ ਹੁਣ ਆਊਟਡੋਰ ਕੇਟਰਿੰਗ 'ਚ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪਕਵਾਨਾਂ ਨਾਲ ਤੁਹਾਡਾ ਮਨ ਮੋਹ ਲੈਣਗੇ। ਤੁਹਾਡਾ ਆਪਣਾ ਜਾਣਿਆ ਪਛਾਣਿਆ ਸਟੈਂਡਰਡ ਸਵੀਟਸ ਮਾਲਟਨ। ਲਾਜਵਾਬ ਖਾਣੇ ਦਾ ਸਵਾਦ ਚੱਖਣ ਲਈ ਨੰਬਰ ਘੁਮਾਓ 416 888 6725 416 888 6725। ਬਠਿੰਡਾ ਦੀ ਧੀ ਨੇ ਇੱਕ ਵਾਰ ਫੇਰ ਮਾਰੀ ਹੈ ਪੜ੍ਹਾਈ ਦੇ ਵਿੱਚ ਬਾਜ਼ੀ। ਪੰਜਾਬ ਸਕੂਲ ਸਿੱਖਿਆ ਬੋਰਡ ਤਰਫੋਂ ਐਲਾਨਿਆ ਗਿਆ 12ਵੀਂ ਦਾ ਰਿਜ਼ਲਟ। ਬਠਿੰਡਾ ਦੀ ਰਹਿਣ ਵਾਲੀ ਸ਼੍ਰੇਆ ਸਿੰਗਲਾ ਨੇ 499 ਨੰਬਰ ਪ੍ਰਾਪਤ ਕੀਤੇ 500 ਦੇ ਵਿੱਚੋਂ ਅਤੇ ਹਾਸਿਲ ਕਰਕੇ ਇੰਨੇ ਨੰਬਰ ਆਪਣੇ ਘਰ ਵਾਲਿਆਂ ਦਾ ਨਾਮ ਰੌਸ਼ਨ ਕੀਤਾ। ਘਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਉਹ ਪੰਜਾਬ ਭਰ ਦੇ ਵਿੱਚ ਦੂਸਰੇ ਸਥਾਨ ਤੇ ਆਈ ਹੈ। ਰਿਸ਼ਤੇਦਾਰ, ਆਂਢੀ ਗੁਆਂਢੀ ਵਿਦਿਆਰਥੀ ਦੇ ਘਰ ਪਹੁੰਚ ਕੇ ਦੇ ਰਹੇ ਹਨ ਵਧਾਈਆਂ ਅਤੇ ਲੱਡੂਆਂ ਨਾਲ ਕਰ ਰਹੇ ਹਨ ਮੂੰਹ ਮਿੱਠਾ। ਖੇਡਾਂ ਦੇ ਵਿੱਚ ਵੀ ਉਹ ਨੰਬਰ 1 ਹੈ। ਹੁਣ ਇਸ ਵਕਤ ਹੈਦਰਾਬਾਦ ਦੇ ਟੈਨਿਸ ਦੇ ਲਈ ਉਹ ਟ੍ਰੇਨਿੰਗ ਲੈ ਰਹੀ ਹੈ। ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਸਾਡਾ ਅੱਜ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਹੈ। ਮੇਰੀ ਲੜਕੀ ਨੇ ਆਪਣੇ ਮਾਤਾ-ਪਿਤਾ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਮੈਨੂੰ ਆਪਣੀ ਕੁੜੀ ਤੇ ਗਰਵ ਹੈ ਜਿਸ ਦੀ ਮਿਹਨਤ ਰੰਗ ਲਾਈ ਹੈ। ਦਿਨ ਰਾਤ ਪੜ੍ਹਦੀ ਸੀ ਮੇਰੀ ਬੱਚੀ ਅਤੇ ਅੱਜ ਸਾਰਿਆਂ ਦੇ ਸਾਹਮਣੇ ਉਸ ਦਾ ਨਤੀਜਾ ਹੈ। ਮੇਰੀ ਲੜਕੀ ਖੇਲਾਂ ਦੇ ਵਿੱਚ ਵੀ ਆਪਣਾ ਕਰਨਾ ਚਾਹੁੰਦੀ ਹੈ, ਆਪਣਾ ਮੁਕਾਮ ਰੌਸ਼ਨ ਕਰਨਾ ਚਾਹੁੰਦੀ ਹੈ ਅਤੇ ਇਸ ਵਕਤ ਉਹ ਟੈਨਿਸ ਖੇਡਦੀ ਹੈਦਰਾਬਾਦ ਦੇ ਵਿੱਚ ਟ੍ਰੇਨਿੰਗ ਲੈ ਰਹੀ ਹੈ। ਆਪਣੀ ਬੇਟੀ ਨੂੰ ਉਹਨਾਂ ਨੇ ਵੀਡੀਓ ਕਾਲ ਜ਼ਰੀਏ ਦਿੱਤੀਆਂ ਵਧਾਈਆਂ। ਦੇਖੋ ਇਹ ਰਿਪੋਰਟ। ਦਵਿੰਦਰ ਜੀ, ਤੁਹਾਡੀ ਬੇਟੀ ਸਰਈਆ ਅੱਜ +2 ਦੇ ਵਿੱਚੋਂ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਉਹਨੇ ਪੂਰੇ ਪੰਜਾਬ ਭਰ ਦੇ ਵਿੱਚੋਂ। ਕੀ ਕਹਿਣਾ ਚਾਹੋਗੇ ਤੁਸੀਂ, ਕਿਸ ਤਰ੍ਹਾਂ ਖੁਸ਼ੀ ਮਹਿਸੂਸ ਹੋ ਰਹੀ ਹੈ? ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਬਹੁਤ ਜ਼ਿਆਦਾ, ਜਿਹਨੂੰ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਮੈਨੂੰ ਇੰਨੀ ਖੁਸ਼ੀ ਹੈ ਕਿ ਮੈਂ ਬੋਲ ਵੀ ਨਹੀਂ ਪਾ ਰਿਹਾ ਮੈਂ ਕੀ ਬੋਲਾਂ। ਕਿੰਨੀ ਕੁ ਮਿਹਨਤ ਕੀਤੀ ਬੱਚੀ ਨੇ ਇਸ ਮੁਕਾਮ ਲਈ? ਬਹੁਤ ਜ਼ਿਆਦਾ ਮਿਹਨਤ ਕੀਤੀ ਜੀ, ਬਹੁਤ ਜ਼ਿਆਦਾ, ਕਿਉਂਕਿ ਇਹ ਨਾਲ ਗੇਮਸ ਵਿੱਚ ਹੀ ਹੈਗੀ। ਪਿਛਲੇ ਸਾਲ ਮਈ ਵਿੱਚ ਹੋਈਆਂ ਡੈਫ ਓਲੰਪਿਕ ਗੇਮਾਂ ਵਿੱਚੋਂ ਇਹਦਾ ਟੀਮ ਇਵੈਂਟ ਵਿੱਚ ਵੀ ਗੋਲਡ ਆਇਆ ਸੀਗਾ ਬੈਡਮਿੰਟਨ ਵਿੱਚ। ਅਤੇ ਪੜ੍ਹਾਈ ਦੇ ਨਾਲ ਗੇਮ ਨੂੰ ਚਲਾਉਣਾ ਜਾਂ ਗੇਮ ਦੇ ਨਾਲ ਪੜ੍ਹਾਈ ਨੂੰ ਚਲਾਉਣਾ ਬਹੁਤ ਜ਼ਿਆਦਾ, ਮੈਂ ਤਾਂ ਸੋਚ ਵੀ ਨਹੀਂ ਸਕਦਾ। ਪਰ ਪਰਮਾਤਮਾ ਦੀ ਕਿਰਪਾ ਹੈ, ਇਹਦੀ ਮਿਹਨਤ ਹੈ ਬੱਚੀ ਦੀ, ਜੋ ਇਸਨੇ ਇਹ ਮੁਕਾਮ ਮਤਲਬ ਕਿ ਗੇਮ ਦੇ ਨਾਲ ਪੜ੍ਹਾਈ 'ਚ ਵੀ ਹਾਸਿਲ ਕੀਤਾ ਹੈਗਾ ਜੀ। ਇਹ ਆਪਣਾ ਬੱਚੀ ਹੁਣ ਅੱਗੇ ਕੀ ਕਰਨਾ ਚਾਹੁੰਦੀ ਜਾਂ ਤੁਸੀਂ ਕੀ ਕਰਾਉਣਾ ਚਾਹੁੰਦੇ ਹੋ? ਬੱਚੀ ਫਿਲਹਾਲ ਤਾਂ ਦੇਖੋ ਜ਼ਿਆਦਾਤਰ ਸਪੋਰਟਸ ਵਿੱਚ ਹੀ ਉਹਦਾ ਧਿਆਨ ਹੈਗਾ, ਕਿਉਂਕਿ ਹੁਣ ਜਿਵੇਂ ਵੱਡੀਆਂ ਕਲਾਸਾਂ ਹੋਣਗੀਆਂ ਤਾਂ ਇਹਨੂੰ ਵੀ ਥੋੜ੍ਹਾ ਐਂ ਲੱਗਦਾ ਸੀ ਮੈਂ ਵੱਡੀਆਂ ਕਲਾਸਾਂ 'ਚ ਕਿਵੇਂ ਨਾਲ ਕਰ ਸਕੂੰਗੀ। ਮਤਲਬ ਕਿ ਹੈ ਤਾਂ ਇਹ ਵੀ ਕਲਾਸ ਵੱਡੀ ਸੀ, ਪਰ ਕੁਝ ਸਕੂਲ ਦੀ ਗੱਲ ਅਤੇ ਕਾਲਜ ਦੀ ਗੱਲ ਦੋਨਾਂ ਦਾ ਫਰਕ ਹੁੰਦਾ ਹੈਗਾ। ਅਤੇ ਪਰ ਫਿਰ ਵੀ ਇਹ ਹੁਣ ਅਸੀਂ ਦੇਖ ਰਹੇ ਸੀ ਵੀ ਇਹਦੀ ਮਤਲਬ ਕਿ ਚਲੋ ਦਿਵਾਨੀ ਤਾਂ ਇਹਨੂੰ ਆਰਟਸ ਹੀ ਹੈਗੀ, ਆਰਟਸ ਵਿੱਚ ਚੱਲਣਾ ਇਹਨੇ, ਅਤੇ ਕੋਸ਼ਿਸ਼ ਕਰੂੰਗੀ ਇਸ 'ਚ ਵੀ, ਕਿਉਂਕਿ ਪੜ੍ਹਾਈ ਨੂੰ ਵੀ ਨਾਲ ਉਨਾ ਹੀ ਚਲਾਉਣਾ ਚਾਹੁੰਦੇ ਜਿੰਨਾ ਗੇਮ ਨੂੰ ਜੀ। ਹਾਂਜੀ। ਤੇ ਆਪਣਾ ਇਹ ਗੇਮਾਂ ਦੇ ਵਿੱਚ ਪਤਾ ਲੱਗਿਆ ਸੀਗਾ ਕਿ ਥੋੜਾ ਇਹਨੂੰ ਨਾਲੇ ਥੋੜਾ ਈਅਰ ਪੱਖੋਂ ਵੀ ਪ੍ਰੋਬਲਮ ਹੈਗੀ ਹੈ। ਹਾਂਜੀ। ਉਸ ਦੇ ਨਾਲ ਕੋਈ ਸਮੱਸਿਆ ਤਾਂ ਨਹੀਂ ਕਦੇ ਆਈ? ਨਹੀਂ, ਸਮੱਸਿਆ ਤਾਂ ਚਲੋ ਆਉਂਦੀ ਹੈਗੀ ਹੈ, ਕਿਉਂਕਿ ਜਦੋਂ ਇਹਦੇ ਹੀਅਰਿੰਗ ਏਡਸ ਲੱਗੀਆਂ ਹੋਈਆਂ
ਹੀਲਿੰਗ ਏਡ ਨਾਲ ਉਸ ਨੂੰ ਕਾਫੀ ਹੱਦ ਤੱਕ ਕਵਰ ਕਰ ਲੈਂਦੀ ਹੈ ਆਪਦੀ ਜਿਹੜੀ ਹੀਲਿੰਗ ਦੀ ਸਮੱਸਿਆ ਇਹ ਹੈਗੀ ਹੈ ਜੀ। ਕਿੰਨੇ ਤੁਹਾਡੇ ਬੱਚੇ ਨੇ? ਮੇਰੇ 2 ਬੱਚੇ ਆ ਜੀ, ਇੱਕ ਬੇਟਾ ਇੱਕ ਬੇਟੀ। ਇਸ ਟਾਈਮ ਬੇਟੀ ਕਿੱਥੇ? ਇਸ ਟਾਈਮ ਬੇਟੀ ਹੈਦਰਾਬਾਦ ਵਿੱਚ ਟ੍ਰੇਨਿੰਗ ਬੈਡਮਿੰਟਨ ਦੀ ਲੈ ਰਹੀ ਹੈ ਜੀ। ਤੇ ਕਿਉਂਕਿ ਇਹਦਾ ਪਿੱਛੇ ਜੇ 7 ਮਈ ਨੂੰ ਟਰਾਇਲ ਹੋਇਆ ਸੀ ਅਹਿਮਦਾਬਾਦ ਵਿਖੇ, ਡੈਫ ਵਰਲਡ ਚੈਂਪੀਅਨਸ਼ਿਪ ਹੈਗੀ 10। ਪੰਜਾਬ ਸਰਕਾਰ ਦੇ ਵੱਲੋਂ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਦੀ ਮੁਹਿੰਮ ਦੇ ਤਹਿਤ ਅੱਜ ਸਮਰਾਲਾ ਦੇ ਪਿੰਡ ਗੜੀ ਤਰਖਾਨਾ ਵਿਖੇ ਪਿੰਡ ਦੀ ਪੰਚਾਇਤ ਦੇ ਨਾਲ ਤਹਿਸੀਲਦਾਰ ਦੇ ਵੱਲੋਂ ਪਿੰਡ ਵਿੱਚ ਕੀਤੇ ਕਬਜ਼ੇ ਦੀ ਮਿਣਤੀ ਕਰ ਨਿਸ਼ਾਨਦੇਹੀ ਤੇ ਰਿਪੋਰਟ ਬਣਾਈ ਜਾ ਰਹੀ ਹੈ। ਦੱਸਦੇ ਕਿ ਪਿੰਡ ਦੇ ਸਰਪੰਚ ਤੇ ਹੋਰ ਵਿਅਕਤੀਆਂ ਨੇ ਦੱਸਿਆ ਕਿ ਲੋਕਾਂ ਦੇ ਵੱਲੋਂ ਪੰਚਾਇਤੀ ਜ਼ਮੀਨ ਉੱਤੇ ਕੁਝ ਲੋਕਾਂ ਨੇ ਕਬਜ਼ਾ ਜਮਾਇਆ ਹੋਇਆ ਹੈ ਅਤੇ ਇਸ ਪੰਚਾਇਤੀ ਜ਼ਮੀਨ ਤੋਂ ਦਰਖਤ ਕੱਟਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਮੌਕੇ ਦੇ ਉੱਤੇ ਪਰਮਿੰਦਰ ਸਿੰਘ ਕਾਨੂੰਗੋ ਨੇ ਦੱਸਿਆ ਕਿ ਪਿੰਡ ਗੜੀ ਤਰਖਾਨਾ ਦੇ ਪੰਚਾਇਤੀ ਰਸਤੇ ਤੋਂ ਪਿੰਡ ਵਿੱਚ ਕਈ ਲੋਕਾਂ ਨੇ ਘਰ ਬਣਾ ਕੇ ਰਸਤੇ ਦੀ ਕੁਝ ਜ਼ਮੀਨ ਵੀ ਘਰ ਦੀ 4 ਦੀਵਾਰੀ ਦੇ ਵਿੱਚ ਕੈਦ ਕਰ ਲਈ ਹੈ। ਨਾਲ ਹੀ ਰਸਤੇ ਦੀ ਜ਼ਮੀਨ ਖੇਤਾਂ ਵਿੱਚ ਮਿਲਾ ਲਈ ਹੈ, ਜਿਸ ਦਾ ਕੇਸ ਵੀ ਪਿੰਡ ਵਾਲੇ ਜਿੱਤ ਚੁੱਕੇ ਹਨ ਅਤੇ ਅੱਜ ਇਸ ਕਬਜ਼ਿਆਂ ਤੇ ਕਾਰਵਾਈ ਕਰਦੇ ਹੋਏ ਨਿਸ਼ਾਨਦੇਹੀ ਕਰ ਬੁਰਜੀਆਂ ਲਗਾਈਆਂ ਗਈਆਂ ਨੇ। ਇਸ ਮੌਕੇ ਦੇ ਉੱਤੇ ਪਰਮਿੰਦਰ ਸਿੰਘ ਕਾਨੂੰਗੋ ਦਾ ਹੋਰ ਕੀ ਕਹਿਣਾ ਹੈ ਵੀ ਜ਼ਰਾ ਸੁਣੋ। ਨਾਮ ਮੇਰਾ ਗੁਰਕਰਨਦੀਪ ਕੌਰ, ਗੜੀ ਤਰਖਾਣਾ ਪਿੰਡ। ਸਰਪੰਚ? ਹਾਂਜੀ ਸਰਪੰਚ। ਪੰਚਾਇਤੀ ਜ਼ਮੀਨ ਆ ਰਹੀ ਸੀਗੀ, ਕਿੰਨਿਆਂ ਦੇ ਵਿੱਚ ਕਬਜ਼ਾ ਕਰਿਆ ਹੋਇਆ ਸੀਗਾ, ਉਹਦੀ ਨਿਸ਼ਾਨਦੇਹੀ ਹੋ ਰਹੀ ਆ ਤੇ ਅੱਗੇ ਦੇਖੋ ਕਿੱਥੇ ਤੱਕ ਮੱਟ ਜਾ ਰਿਹਾ। ਸੁਣਨ 'ਚ ਇਹ ਵੀ ਹੈ ਵੀ 2017 'ਚ ਵੀ ਦੀ ਹੋਈ ਸੀ ਮਿਹਨਤੀ ਤੇ ਕਬਜ਼ਾ ਛੱਡਿਆ ਨਹੀਂ ਗਿਆ ਸੀਗਾ। ਹਾਂਜੀ, ਜਦ ਨਹੀਂ ਸੀ ਛੱਡਿਆ ਗਿਆ ਤੇ ਮਿਹਨਤੀ ਹੋਈ ਸੀ ਤੇ ਫਿਲਹਾਲ ਜ਼ਿਆਦਾ ਤਾਂ ਮੈਂ ਕੁਝ ਕਹਿ ਨਹੀਂ ਸਕਦੀ ਉਹਦੇ ਬਾਰੇ, ਤੇ ਹੁਣ ਹੋ ਰਹੀ ਆ, ਹੁਣ ਕਰਵਾ ਰਹੇ ਆ। ਜਿੰਨੀ ਕੁ ਪੰਚਾਇਤ ਦੀ ਜ਼ਮੀਨ ਆਉਂਦੀ ਆ ਤੇ ਉਨੀ ਕੁ ਦਾ। ਇਹ ਇਕੱਲੀ ਜ਼ਮੀਨ ਹੈ ਜਾਂ ਘਰ ਵੀ ਨੇ ਜੀ ਉਹ ਸਾਰੀ ਆ? ਨਹੀਂ, ਸਾਰੀ ਵਾਲਾ ਸ਼ਾਇਦ ਘਰ ਤਾਂ ਕੋਈ ਹੈ ਨਹੀਂਗਾ, ਬੈਕ ਸਾਈਡ ਤੋਂ ਆ ਥੋੜਾ ਬਹੁਤ ਆਉਂਦਾ ਹੋਊਗਾ, ਤਾਂ ਕੋਈ ਇੱਦਾਂ ਦੀ ਗੱਲ ਨਹੀਂ। ਛੇਤੀ ਇਹ ਤੇ ਕਬਜ਼ਾ ਕੀਤਾ ਜਾਵੇ? ਹਾਂਜੀ, ਜਲਦੀ ਤੋਂ ਜਲਦੀ ਕਬਜ਼ਾ ਕਰਿਆ ਜਾਊਗਾ ਤੇ ਅੱਜ ਆਪਣੀ ਸਾਰੀ ਜਿਹੜੀ ਹੈਗੀ ਆ ਨਿਸ਼ਾਨਦੇਹੀ ਕਰਵਾ ਕੇ ਉਹੀ ਨਿਸ਼ਾਨੀਆਂ ਬੁਰਜੀਆਂ ਵਗੈਰਾ ਲਗਾਈਆਂ ਜਾਣਗੀਆਂ। ਜਿਹੜੇ ਦਰਖਤਾਂ ਹੋ ਰਹੀ ਉਹਨਾਂ ਦੇ ਦਰਖਤਾਂ ਦੇ ਇਹੀ ਹੈ ਜੀ, ਅਸੀਂ ਤਾਂ ਇਹੀ ਕਹਿੰਦੇ ਸੀਗੇ ਵੀ ਪਹਿਲਾਂ ਮਿਹਨਤੀ ਨਿਸ਼ਾਨਦੇਹੀ ਪੂਰੀ ਹੋ ਲਵੇ ਫਿਰ ਪੁੱਟਣ ਦੀ ਹੋਗੇ, ਪਰ ਕਿਸੇ ਨੇ ਜਲਦੀ ਕਰੀ ਪੱਟਣ ਦੀ, ਉਹਨਾਂ ਕਰਕੇ ਦਿੱਕਤ ਆਉਂਦੀ। ਕਿੰਨੇ ਕੁ ਦਰਖਤ ਸੀਗੇ ਜੀ? ਦਰਖਤ ਆ ਹੀ ਨੇ ਜਿਹੜੇ ਸਾਹਮਣੇ ਖੜੇ ਨੇ ਤੇ ਬਸ, ਤੇ ਕਿੰਨੇ ਕੁ ਕੱਟੇ ਹੋਣਗੇ ਬਸ, ਜ਼ਿਆਦਾ ਨਹੀਂ। ਮਨਜੀਤ ਸਿੰਘ ਹੈ ਜੀ, ਪਿੰਡ ਗੜੀ ਤਰਖਾਣਾ ਜੀ। 17 ਤੋਂ ਲੈ ਕੇ ਜੀ ਇਹ ਪਾਰਟੀ ਨੇ ਕਬਜ਼ਾ ਕੀਤਾ ਇਹਦੀ ਨਜਾਇਜ਼ ਰਸਤੇ ਤੇ। ਮਿਣਤੀ ਵੀ ਹੋ ਗਈ, ਕੋਰਟ 'ਚ ਕੇਸ ਵੀ ਹੈ, ਜਿੱਤ ਕੇ ਹੱਕ 'ਚ ਹੋਏ ਆ, ਇਹ ਛੱਡਦੇ ਨਹੀਂ ਤੀ ਤੇ ਮੱਲੋ ਮੱਲੀ ਦਰਖਤ ਪੱਟਣ ਲੱਗ ਗਏ। ਇਹਦੀ ਸ਼ਿਕਾਇਤ ਵੀ ਕੀਤੀ, ਇਹ ਤਾਂ ਕੋਈ ਕਾਰਵਾਈ ਨਹੀਂ ਹੋਈ, ਧੱਕੇ ਨਾਲ ਪੱਟਣ ਲੱਗ ਗਏ। ਕਿੰਨੀ ਜਗ੍ਹਾ ਜਿਹੜੀ ਹੁਣ ਮਿਹਨਤੀ ਕਰਕੇ ਕਬਜ਼ੇ ਲੈ ਆ ਗਏ ਆਪਾਂ? ਜਗ੍ਹਾ ਜੀ ਹੁਣ ਇਹ ਦੱਸਣੇ ਕਿੰਨੀ ਆਈ ਆ। ਤੇ ਅੱਜ ਕੀ ਦੇਖੀ ਕਿੰਨੀ ਜਿਹੜੀ ਬੁਰਜੀਆਂ ਲਾਈ ਗਈਆਂ, ਦੇਖਿਆ ਵੀ ਆ ਰਹੀ ਜਗ੍ਹਾ ਵਿੱਚ? ਹਾਂ ਜੀ, ਜਗ੍ਹਾ ਆ ਰਹੀ ਆ। ਕਿੱਥੋਂ ਸ਼ੁਰੂ ਹੋਈ ਹੈ ਜਗ੍ਹਾ? ਇਹ ਪਿੰਡੋਂ ਮਿਣਦੇ ਆਏ ਨੇ ਜੀ। ਮਕਾਨ ਵੀ ਨੇ ਵਿੱਚ ਇੱਕ ਦੋ ਮਕਾਨ ਵੀ ਥੋੜ੍ਹੇ ਜਿਹੇ ਆਉਂਦੇ ਨੇ ਜੀ ਵਿੱਚ, ਪਹਿਲਾਂ ਤਾਂ ਚਲੋ ਪਏ ਹੋਏ ਨੇ, ਇੱਥੇ ਆ ਕੇ ਜ਼ਿਆਦਾ ਆ ਗਈ। ਤੇ ਦਰਖਤਾਂ ਦਾ ਕੀ ਰੌਲਾ ਪਿਆ ਜੀ ਤੁਹਾਡਾ? ਦਰਖਤਾਂ ਦਾ ਜੀ ਅਸੀਂ ਇਹਨਾਂ ਨੂੰ ਕਿਹਾ ਵੀ ਦਰਖਤ ਵਿੱਚ ਨੇ, ਪਹਿਲਾਂ ਮਿਣਤੀ ਹੋਈ ਤੀ, ਕੋਰਟ 'ਚ ਕੇਸ ਚੱਲਦਾ ਸੀ, ਸਮਰਾਲੇ ਵੀ ਸਾਡੇ ਹੱਕ 'ਚ ਹੋ ਗਿਆ, ਲੁਧਿਆਣੇ ਵੀ GDP ਨੇ ਹੱਕ 'ਚ ਕਰਤਾ ਸੀ ਵੀ ਰਸਤਾ ਛਡਾਇਆ ਜਾਵੇ। ਕਈ ਦਰਖਾਸਤ ਵੀ ਕੀਤੀ ਕੰਪਲੀਟ SSP ਨੂੰ ਤੇ ਤਹਿਸੀਲਦਾਰ ਨੂੰ ਵੀ, ਉਹਨਾਂ ਨੇ ਸਾਨੂੰ ਦਿੱਤੀ ਵੀ ਸਾਨੂੰ ਭਰੋਸਾ ਦਵਾਇਆ ਵੀ ਅਸੀਂ ਕਬਜ਼ਾ ਕਰੂੰਗੇ, ਇਹਨਾਂ 'ਤੇ ਕਾਰਵਾਈ ਕਰੂੰਗੇ। ਅੱਜ ਕੀ ਕਾਰਵਾਈ ਕੀਤੀ ਗਈ ਹੈ? ਅੱਜ ਹੀ ਹੁਣ ਕਬਜ਼ਾ ਛਡਾਉਂਦੇ ਨੇ ਇਹ ਦਰਖਤਾਂ ਦੀ, ਕੋਈ ਕਾਰਵਾਈ ਨਹੀਂ ਹੋਈ ਇਹਨਾਂ। ਅਸੀਂ ਕਹਿੰਦੇ ਕਾਰਵਾਈ ਹੋਣੀ ਚਾਹੀਦੀ ਹੈ, ਸਾਨੂੰ ਲਿਖ ਕੇ ਦਿੱਤਾ। ਜਿਹੜੇ ਦਰਖਤ ਨੇ ਪੰਚਾਇਤੀ ਜਗ੍ਹਾ 'ਚ ਆ ਰਹੇ ਨੇ? ਹਾਂ ਜੀ, ਪੰਚਾਇਤੀ ਜਾ ਰਹੇ ਨੇ। ਮਿੰਦਰ ਸਿੰਘ ਕਾਨੂੰਗੋ ਆ ਸਰ, ਇਹ ਹਲਕੇ ਦੇ ਵਿੱਚ ਮੈਂ ਕਾਨੂੰਗੋ ਲੱਗਿਆ ਹਾਂ ਸਰ। ਕਿੰਨਾ ਕੁ ਜਿਹੜਾ ਕਬਜ਼ਾ ਸਰਕਾਰੀ ਕਬਜ਼ਾ ਛਡਾਇਆ ਗਿਆ ਵਾ, ਕਿੰਨਾ ਕੁ ਇਹ ਹੈਗੀ ਫਰਮਾਇਸ਼ ਹੈ ਜਿਹੜੀ? ਇਹ 107 ਨੰਬਰ ਖਤਰਾ ਸੀਗਾ, ਰਸਤੇ ਦਾ ਨੰਬਰ ਸੀਗਾ, ਜੋ ਵੀ ਜਿੰਨਾ ਵੀ ਹੈਗਾ ਇਹ ਸਾਰਾ ਹੀ ਅੱਜ ਨਿਸ਼ਾਨੀਆਂ ਲਵਾ ਦਿੱਤੀਆਂ ਨੇ ਤੇ ਵੀਡੀਓ ਦਫ਼ਤਰ ਦੇ ਅਧਿਕਾਰੀ ਸਾਡੇ ਨਾਲ ਆਏ ਨੇ, ਉਹਨਾਂ ਨੂੰ ਹੈਂਡਓਵਰ ਕਰ ਦਿੱਤਾ ਜਾਊਗਾ। ਇਹ ਜਿਹੜਾ ਕਬਜ਼ਾ ਸੀਗਾ ਪਾਰਟੀ ਦਾ, ਪਹਿਲਾਂ ਇੱਥੇ ਕੀ ਖੇਤੀ ਕਰਦੇ ਸੀ, ਕੀ ਸੀ ਇਹ? ਕੁਝ ਖੇਤੀ ਵੀ ਹੈ, ਕੁਝ ਮਕਾਨ ਵੀ ਬਣੇ ਹੋਏ ਨੇ ਥੋੜ੍ਹੇ ਬਹੁਤੇ। ਇਹ ਕਬਜ਼ਾ ਲਿੱਤਾ ਜਾਵੇਗਾ ਜੀ ਸਰਕਾਰ ਵੱਲੋਂ? ਅਸੀਂ ਜੀ ਨਿਸ਼ਾਨੀਆਂ ਲਵਾਤੀਆਂ ਨੇ, ਕਬਜ਼ਾ ਅੱਜ ਦੇ ਕੇ ਜਾਣਾ ਜੀ। ਅਗਲੀ ਕਾਰਵਾਈ ਕੀ ਹੋਊਗੀ ਤਾਂ ਜੀ? ਨਿਸ਼ਾਨੀਆਂ ਲਵਾਤੀਆਂ ਜੀ, ਅੱਗੇ ਜੋ ਵੀਡੀਓ ਦਫ਼ਤਰ ਵਾਲੇ ਉਹਨਾਂ ਨੇ ਕਰਨੀਆਂ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਇਸੇ ਤਰ੍ਹਾਂ ਦੇ ਨਾਲ ਦੇਸ਼ ਦੁਨੀਆ ਦੇ ਨਾਲ ਜੁੜੀ ਤਾਜ਼ਾ ਤਾਰੀਨ ਅਪਡੇਟਸ ਦੇ ਲਈ ਦੇਖਦੇ ਰਹੋ TV NRI।